ਰਵਿੰਦਰ ਵੈਸ਼ਨਵ ਜੋ 3 ਸਭਾ ਦਾ ਪ੍ਰਧਾਨ ਬਣਿਆ ਹੋਇਆ ਆਪਣੇ ਆਪ ਨੂੰ ਕਹਾਉਂਦਾ ਹੈ ਤੇ ਉਹਦਾ ਆਪਣਾ ਜਿਹੜਾ ਪਰਿਵਾਰ ਹੈ ਉਹ ਆਪਣਾ ਪਰਿਵਾਰ ਤੋਂ ਸੰਭਾਲ ਨਹੀਂ ਹੋ ਰਿਹਾ ਤੇ ਅੱਜ ਉਹ ਬ੍ਰਾਹਮਣ ਸਮਾਜ ਨੂੰ ਦੀ ਪ੍ਰਧਾਨਗੀ ਦਾ ਦਾਅਵਾ ਕਰ ਰਿਹਾ ਹੈ ਜੋ ਸਰਾਸਰ ਜਿਹੜਾ ਹੈ ਬ੍ਰਾਹਮਣ ਸਮਾਜ ਦਾ ਖੰਡਨ ਕਰਦਾ ਹੈ। ਮੈਂ ਹੁਣ ਦੁਬਾਰੇ ਫਿਰ ਨਵਾਂ ਪ੍ਰੈਜ਼ੀਡੈਂਟ ਹਾਂ ਜੀ। ਰੀਸੈਂਟਲੀ ਸਾਰਾ ਇਹਨਾਂ ਨੂੰ ਹਟਾਉਣ ਤੋਂ ਬਾਅਦ ਨਵੀਂ ਮੈਨੇਜਮੈਂਟ ਚੁਣੀ ਗਈ ਹੈ, ਉਹਦੇ 'ਚ ਮੈਂ ਪ੍ਰੈਜ਼ੀਡੈਂਟ ਹਾਂ। ਅੱਜ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮੰਦਿਰ ਬਣ ਗਿਆ ਤਾਂ ਉਸ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇੱਕ ਲੁੱਟੂ ਟੋਲਾ ਇਕੱਠਾ ਹੋ ਗਿਆ। ਇਹਨਾਂ ਦਾ ਮਕਸਦ ਸਮਾਜ ਦੇ ਅੰਦਰ ਅਰਾਜਕਤਾ ਪੈਦਾ ਕਰਨਾ ਹੈ, ਜੋ ਆਪਾਂ ਬਿਲਕੁਲ ਨਹੀਂ ਹੋਣ ਦੇਵਾਂਗੇ। ਰਹੀ ਰਵਿੰਦਰ ਵੈਸ਼ਨਵ ਦੀ ਗੱਲ, ਰਵਿੰਦਰ ਵੈਸ਼ਨਵ OBC ਕੈਟਾਗਰੀ ਦੇ ਨਾਲ ਸੰਬੰਧਿਤ ਹੈ ਕਿ ਜੀ ਪਰਸ਼ੁਰਾਮ ਜਯੰਤੀ ਜਿਹੜੀ ਮੇਰੀ ਟੀਮ ਬਣਾ ਰਹੀ ਸੀ ਕਿ ਅਸੀਂ ਉਹ ਹੀ ਬਣਾਵਾਂਗੇ, ਸਾਡੀ ਉਹ ਟੀਮ बनाएगी। संस्था 2017 में इकट्ठी हुई, श्री ब्राह्मण सभा के नाम से बैंक का अकाउंट है, रविंद्र वैश्य प्रधान थे, इनके साइन है उसके ऊपर। हाउ इज इट पॉसिबल, कैसे वो इसको डिनाई कर रहे हैं? प्लाट खरीद के मैं 3 मंजिला पवाना है, 3 मंजिला पवाना है। मैं 10 साल उसका प्रधान रहा। ਕੋਈ ਵੀ ਬੰਦਾ ਜਿਹੜਾ ਇਸ ਸਭਾ ਨਾਲ ਸੰਬੰਧਿਤ ਹੈ, ਇਹਦਾ ਮੈਂਬਰ ਹੈ, ਉਹ ਬੰਦਾ ਤਾਂ ਪ੍ਰਧਾਨ ਬਣ ਸਕਦਾ ਹੈ। ਲੇਕਿਨ ਜਦੋਂ ਤੁਹਾਨੂੰ ਸਰਕਾਰ ਦਾ ਫਾਇਦਾ ਲੈਣਾ ਹੋਵੇ ਤਾਂ ਤੁਸੀਂ BC ਕੈਟਾਗਰੀ ਦੇ ਅੰਦਰ ਹੋਗੇ, ਜਦੋਂ ਤੁਹਾਨੂੰ ਚੌਧਰ ਲੈਣੀ ਹੋਵੇ ਤੁਸੀਂ ਪੰਡਿਤ ਬਣ ਗਏ। ਬਾਕੀ ਹੁਣ ਅਸੀਂ ਚਲਾਉਂਦੇ ਹਾਂ, ਅਸੀਂ ਕਾਬਜ ਹੈ। ਸਾਡੀ ਨਵੀਂ ਮੈਨੇਜਮੈਂਟ ਰਜਿਸਟਰਡ ਕਰ ਜੋ ਉਹ ਰਜਿਸਟਰਾਰ ਦਫ਼ਤਰ ਦੇ ਵਿੱਚ ਨੇ ਰੀਨਿਊ ਕਰਾ ਲਈ। ਜਿਹੜਾ ਰਵਿੰਦਰ ਵੈਸ਼ਨਵ ਹੈ ਉਹਦਾ ਮੁੱਖ ਮੁੱਦਾ ਕੀ ਹੈ? ਉਹ ਬ੍ਰਾਹਮਣ ਸਮਾਜ ਦੇ ਬੰਦਿਆਂ ਨੂੰ ਗੁੰਮਰਾਹ ਕਰਕੇ, ਹਿੰਦੂ ਸਮਾਜ ਦੇ ਬੰਦਿਆਂ ਨੂੰ ਗੁੰਮਰਾਹ ਕਰਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦਾ ਹੈ। 2017 से पहले यहाँ पर 2 पैनल सभाएं रही जिसका विरोध होता रहा कि रविंद्र वैश्य प्रधान नहीं होना चाहिए, और हम 14 साल अलग रहे। ਜਿਹੜਾ ਬੰਦਾ BJP ਦੇ OBC ਮੋਰਚੇ ਦਾ ਸੈਕਟਰੀ ਹੋਵੇ ਪੰਜਾਬ ਦਾ, ਜਿਹੜਾ ਬੰਦਾ ਵਿਰਾਗੀ ਮਹਾਮੰਡਲ ਹੈ ਉਹਦਾ ਅਹੁਦੇਦਾਰ ਹੋਵੇ, ਕਿਆ ਉਹ ਬੰਦਾ ਬ੍ਰਾਹਮਣ ਸਭਾ ਦਾ ਮੈਂਬਰ ਬਣ ਸਕਦਾ ਹੈ? राकेश जी, जनक जी और सारी ब्राह्मण समाज एक तरफ थी और रविंद्र वैश्य जी एक तरफ थे। इन्होंने मनोज शर्मा को प्रधान बना दिया। मनोज शर्मा प्रधान बनने के बाद 811 और 359 दोनों मर्ज हो गए। अश्विनी शर्मा प्रधान, जनकराज शर्मा जनरल सेक्रेटरी और राकेश शर्मा जी कैशियर हैं। इनकी बॉडी की जो दी हुई है गवर्निंग बॉडी की सारी पड़ताल करने के बाद ये पास किया गया और हमारी बॉडी को संस्था को अप्रूव किया गया। 2017 ਦੇ ਅੰਦਰ ਆਪਾਂ ਨੇ ਇੱਕ ਰੈਜੂਲੇਸ਼ਨ ਪਾਸ ਕਰਿਆ ਕਿ ਜੋ ਸ਼ਖਸ ਹਿੰਦੂ ਹੋਰ ਬ੍ਰਾਹਮਣ ਮਾਨਤਾਵਾਂ ਦੀ ਪਾਲਣਾ ਨਹੀਂ ਕਰਦਾ ਉਹ ਬੰਦਾ ਸਾਡੀ ਸਭਾ ਦਾ ਮੈਂਬਰ ਨਹੀਂ ਰਹਿ ਸਕਦਾ। ਉਹ BJP ਦਾ ਨੁਮਾਇੰਦਾ। ਕੀ BJP ਇਹੋ ਜਿਹੇ ਬੰਦੇ ਨੂੰ ਪ੍ਰਮੋਟ ਕਰਦੀ ਹੈ ਜਿਹੜਾ ਬੰਦਾ ਆਪਣਾ ਘਰ ਨਹੀਂ ਸੰਭਾਲ ਸਕਦਾ, ਜਿਹਦੇ ਆਪਣੇ ਘਰ 'ਚ ਉਹ ਬੰਦੇ ਦੇ ਆਪਣੇ ਘਰ 'ਚ ਨਹੀਂ ਮੇਨਟੇਨ ਕਰ ਸਕਦਾ ਸਮਾਜਿਕ ਜਿਹੜੇ ਬੰਧਨ ਹੁੰਦੇ ਆ, ਉਹ ਬੰਦਾ ਪਾਰਟੀਆਂ ਚਲਾਊਗਾ ਜਾਂ ਉਹ ਬੰਦਾ ਸਮਾਜ ਚਲਾਊਗਾ? 48 ਘੰਟੇ ਦਾ ਅਲਟੀਮੇਟਮ ਦੇਵਾਂਗੇ ਪ੍ਰਸ਼ਾਸਨ ਨੂੰ। ਅਗਰ 48 ਘੰਟੇ ਦੇ ਵਿੱਚ ਜਿਹੜਾ ਪਰਚਾ ਦਰਜ ਕਰਦਾ ਪ੍ਰਸ਼ਾਸਨ ਠੀਕ ਹੈ, ਨਹੀਂ 48 ਘੰਟੇ ਤੋਂ ਬਾਅਦ ਅਸੀਂ ਪੂਰੇ ਸ਼ਹਿਰ ਦੇ ਅੰਦਰ ਪ੍ਰਦਰਸ਼ਨ ਕਰਾਂਗੇ। ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ, 20-25 ਸਾਲ ਤੋਂ ਇਹ ਬੰਦਾ ਰਾਮਲੀਲਾ ਕਮੇਟੀ ਦਾ ਪ੍ਰਧਾਨ ਰਿਹਾ। ਇਹਨੇ ਕਿਹੜਾ ਖਰਚਾ ਜਨਤਕ ਕਰਤਾ ਜੀ? ਇਹਨੇ ਸਿਰਫ ਆਪਣੇ ਮੈਂਬਰਾਂ ਨੂੰ ਖਰਚਾ ਦੱਸਿਆ ਹੋਣਾ ਵੀ ਸਾਡਾ ਇਹ ਆਮਦਨ ਹੈ, ਇਹ ਖਰਚਾ ਹੈ। ਕਿਸੇ ਪਬਲਿਕ ਨੂੰ ਇਹਨੇ ਖਰਚਾ ਨਹੀਂ ਦੱਸਿਆ। ਇਹਦਾ ਆਪਣਾ ਪਰਸਨਲ ਮੰਦਿਰ ਹੈ। ਇਹ ਬੰਦਾ 25 ਸਾਲ ਤੋਂ ਉਸ ਮੰਦਿਰ ਦੇ ਅੰਦਰ ਰਹਿ ਰਿਹਾ ਹੈ। ਕੈਪਟਨ ਕਮਲਜੀਤ ਤੋਂ ਲੈ ਕੇ ਹਰ ਇੱਕ ਲੀਡਰ ਦਾ ਇਹਨੇ ਫਾਇਦਾ ਚੱਕਿਆ ਹੈ। ਇਹਨੇ ਉਹ ਮੰਦਿਰ ਬਣਾਇਆ, ਇਹਦੇ ਘਰ ਦੀ ਪ੍ਰਾਪਰਟੀ ਬਣਾ ਕੇ ਰੱਖੀ ਹੋਈ ਹੈ। ਇਹਨੇ ਕਿਹੜੇ ਸ਼ਹਿਰ ਦੇ ਵਸਿੰਦੇ ਨੂੰ ਉੱਥੇ ਉਹਦਾ ਖਰਚਾ ਦੇਤਾ ਜੀ? ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਬ੍ਰਾਹਮਣ ਸਭਾ ਵੱਲੋਂ। ਉਹਦਾ ਮੁੱਖ ਮੁੱਦਾ ਸ਼ਹਿਰ ਦੇ ਅੰਦਰ ਇੱਕ ਰਵਿੰਦਰ ਵੈਸ਼ਨਵ ਜਿਹੜਾ ਨਾਮੀ ਵਿਅਕਤੀ ਹੈ, ਉਹ 359 ਰਜਿਸਟਰਡ ਜਿਹੜੀ ਬ੍ਰਾਹਮਣ ਸਭਾ ਹੈ ਉਹਦਾ ਪ੍ਰਧਾਨ ਬਣਨ ਦਾ ਦਾਅਵਾ ਕਰ ਰਿਹਾ ਹੈ, ਜਦੋਂ ਕਿ ਉਹ ਬ੍ਰਾਹਮਣ ਸਮਾਜ ਨਾਲ ਨਾ ਤਾਂ ਕੋਈ ਲੈਣਾ ਦੇਣਾ ਤੇ ਨਾ ਹੀ ਉਹ ਬ੍ਰਾਹਮਣ ਸਭਾ ਦਾ ਮੈਂਬਰ ਹੈ। ਜਿਹੜਾ ਰਵਿੰਦਰ ਵੈਸ਼ਨਵ ਹੈ ਉਹਦਾ ਮੁੱਖ ਮੁੱਦਾ ਕੀ ਹੈ? ਉਹ ਬ੍ਰਾਹਮਣ ਸਮਾਜ ਦੇ ਬੰਦਿਆਂ ਨੂੰ ਗੁੰਮਰਾਹ ਕਰਕੇ, ਹਿੰਦੂ ਸਮਾਜ ਦੇ ਬੰਦਿਆਂ ਨੂੰ ਗੁੰਮਰਾਹ ਕਰਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦਾ ਹੈ ਤੇ ਇਸ ਤਰ੍ਹਾਂ ਦੇ ਏਜੰਡੇ ਕਰਦਾ ਹੈ। ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਕਲੀਅਰ ਹੈ ਕਿ ਰਵਿੰਦਰ ਵੈਸ਼ਨਵ ਜੋ 3 ਸਭਾ ਦਾ ਪ੍ਰਧਾਨ ਬਣਿਆ ਹੋਇਆ ਆਪਣੇ ਆਪ ਨੂੰ ਕਹਾਉਂਦਾ ਹੈ ਤੇ ਉਹਦਾ ਆਪਣਾ ਜਿਹੜਾ ਪਰਿਵਾਰ ਹੈ ਉਹ ਆਪਣਾ ਪਰਿਵਾਰ ਤੋਂ ਸੰਭਾਲ ਨਹੀਂ ਹੋ ਰਿਹਾ ਤੇ ਅੱਜ ਉਹ ਬ੍ਰਾਹਮਣ ਸਮਾਜ ਨੂੰ ਦੀ ਪ੍ਰਧਾਨਗੀ ਦਾ ਦਾਅਵਾ ਕਰ ਰਿਹਾ ਹੈ, ਜੋ ਸਰਾਸਰ ਜਿਹੜਾ ਹੈ ਬ੍ਰਾਹਮਣ ਸਮਾਜ ਦਾ ਖੰਡਨ ਕਰਦਾ ਹੈ। ਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਉਹਨੇ ਦੋਸ਼ ਲਾਇਆ ਹੈ ਕਿ ਜੀ ਇਹਨਾਂ ਨੇ ਬ੍ਰਾਹਮਣ ਸਮਾਜ ਦੇ ਜਿਹੜੇ ਅਧਿਕਾਰੀ ਨੇ, ਜਿਹੜੇ ਕਾਰਿਆਕਰਤਾ ਨੇ, ਉਹਨਾਂ ਨੇ ਪੈਸੇ ਕਢਵਾ ਲਏ
ਅਕਾਊਂਟ ਦੇ ਵਿੱਚੋਂ, ਜਦੋਂ ਕਿ ਜੋ ਪੈਸੇ ਕਢਾਏ ਗਏ ਨੇ ਉਹ ਪਰਸ਼ੂਰਾਮ ਭਵਨ ਦੀ ਸਾਰੀ ਵਾਸਤੇ ਕਢਾਏ ਗਏ ਨੇ। ਉਹ ਸਾਰੇ ਜਿਹੜੀ ਬ੍ਰਾਹਮਣ ਸਮਾਜ ਦੀ ਜਿਹੜੀ ਬੋਡੀ ਹੈ ਸਾਰਿਆਂ ਨੂੰ ਪਤਾ ਹੈ, ਉਹ ਇਸ ਤਰ੍ਹਾਂ ਦੇ ਹੱਥਕੰਡੇ ਬਣਾ ਰਹੇ ਹੈ ਤੇ ਜਿਹੜਾ ਪ੍ਰਧਾਨਗੀ ਵਾਸਤੇ ਕਾਬਜ਼ ਹੋਣਾ ਚਾਹੁੰਦਾ, ਜਿਹਨੂੰ ਬ੍ਰਾਹਮਣ ਸਮਾਜ ਕਿਸੇ ਵੀ ਤਰੀਕੇ ਨਾਲ ਕਾਮਯਾਬ ਨਹੀਂ ਹੋਣ ਦੇਗਾ और उसका विरोध करेगा। ऐसा 359 जो सभा है ये हमारी 2000 में बनी थी, इसका संविधान हमारे पास है, पुराने मेंबर है। मैं इसका उस टाइम भी मैं कोषाध्यक्ष था, रविंद्र वैष्णव प्रधान थे, सतपाल वैद्य जी इसके चेयरमैन थे और NM शर्मा इसके जनरल सेक्रेटरी थे। तब बनी, गठित हुई। हमारी उस टाइम पे ये बात हुई कि हमें प्लाट लेके भवन बनाया जाए, लोगों से पैसा एकत्रित किया, भवन बना, रविंद्र वैष्णव की अध्यक्षता में बना, नो डाउट इसमें। लेकिन उसके बाद 2017 से पहले यहाँ पर 2 पैरेलल सभाएं रही जिसका विरोध होता रहा कि रविंद्र वैष्णव प्रधान नहीं होना चाहिए, और हम 14 साल अलग रहे। उसके बाद 2017 में बात उठी, हमारे अनुज शर्मा जी प्रधान थे, उसमें मुझे प्रधान बना दिया गया। अश्विनी शर्मा जी हमारे बहुत सीनियर नेता और एक्स प्रेसिडेंट म्यूनसिपल कमेटी थे, ऐसे प्रधान भी रहे हैं। राकेश जी, जनक जी और सारी ब्राह्मण समाज एक तरफ थी और रविंद्र वैष्णव की एक तरफ थे। इन्होंने मनोज शर्मा को प्रधान बना दिया। मनोज शर्मा प्रधान बनने के बाद 811 और 359 दोनों मर्ज हो गए। मर्ज होने के बाद अब इनका मुद्दा ये आ रहा है कि उस टाइम ब्राह्मण सभा 359 थी और हम लिख रहे हैं श्री ब्राह्मण सभा 359। मुद्दा ये आ रहा है, मुद्दा 359 ब्राह्मण सभा नहीं थी, श्री ब्राह्मण सभा थी। रविंद्र वैष्णव चेयरमैन बने, मनोज शर्मा प्रधान बने, उसकी ये ड्राफ्टिंग है, रविंद्र वैष्णव के साइन है, अंडरलाइन की हुई है। श्री ब्राह्मण सभा 359 की मीटिंग 6 बजे भगवान परशुराम मंदिर में हुई, कॉपी मैं आपको सबको दे दूंगा। उसके बाद ये सारी मैंने अंडरलाइन की हुई है, श्री ब्राह्मण सभा है। उसके बाद बैंक में अकाउंट खुला 2010 में, जबकि हमारी संस्था 2017 में इकट्ठी हुई। श्री ब्राह्मण सभा के नाम से बैंक का अकाउंट है, रविंद्र वैष्णव प्रधान थे, इनके साइन है उसके ऊपर। हाउ इज इट पॉसिबल? कैसे वो इसको डिनाई कर रहे हैं? ये झूठा रूप लगा रहे हैं, ब्राह्मणों को 2 फाड़ करने की कोशिश कर रहे हैं। ऐसा है, हम किसी व्यक्ति विशेष के खिलाफ नहीं हैं, ना रविंद्र वैष्णव के ना किसी के, लेकिन जो आदमी समाज को तोड़ने की कोशिश करेगा या उसको 2 फाड़ करेगा, हम उसके विरुद्ध हैं। पहले 14 साल रहे, अब धामी शर्मा जी हमारे प्रधान हैं, उससे पहले मैं प्रधान था, उससे पहले RD शास्त्री प्रधान थे, उसके पहले मनोज शर्मा जी प्रधान थे। जब मैं प्रधान बना, मैंने सबसे पहले यही मुद्दा लगा कि क्या हमारी रजिस्ट्रेशन हुई है? कहता हाँ 359 हुई है। क्या रिन्यूअल हुई? नहीं हुई। सबसे पहले हमने रिन्यूअल करवाई, ये देखो रिन्यूअल हुई है। श्री ब्राह्मण सभा की कॉपी हमारे पास है। उसके बाद एक संस्था को चलाने के लिए गवर्निंग बॉडी होती है, ये गवर्निंग बॉडी की कॉपी हमारे पास है। ये सर्टिफाइड ट्रू कॉपी एडिशनल रजिस्टर ऑफ सोसाइटीज, इट इज, ये गवर्नमेंट, पंजाब गवर्नमेंट का वो है, इसकी कॉपी हमारे से आप ले सकते हैं, इसको कोई डिनाई नहीं कर सकता। इसके बाद क्या हुआ कि हमारे ही कुछ बंदों ने हमारा बैंक रुकवा दिया। बैंक रुकवाने के अंदर हमारी पेमेंट्स स्टॉप कर दी गई। स्टॉप करने के बाद हमने फाइट किया। फाइट करने के बाद बैंक ने कहा कि प्रूव करो कि आपकी संस्था ओके है। हमने उस संस्था के पेपर दिए। पेपर देने के बाद बैंक की कॉपी जनरल मैनेजर के पास गई, जनरल मैनेजर ने भी पास नहीं किया। फिर उसकी जो लीगल वो है एडवाइजरी, उसका ऑफिस मोहाली में है, वहाँ से सारा लीगली चेक करने के बाद वहाँ से रिपोर्ट आई कि दोनों संस्थाओं में से अश्विनी शर्मा प्रधान, जनकराज शर्मा जनरल सेक्रेटरी और राकेश शर्मा जी कैशियर हैं। इनकी बॉडी की जो दी हुई है गवर्निंग बॉडी की, सारी पड़ताल करने के बाद ये पास किया गया और हमारी बॉडी को, संस्था को अप्रूव किया गया। और हमारे आज वहाँ साइन चल रहे हैं। ये झूठ बोल रहे हैं कि यहाँ इनके स्टॉप की हुई थी, सब की हुई थी। बिल्कुल झूठ, जो इन्होंने झूठ का प्लंदा बना रखा है। सेम नंबर की ऐसा है 359 जो बॉडी है, ये कोई भी हमारी रजिस्टर्ड संस्था हो, वो एक ही अलॉट होती है, अप्रूव्ड बाय द गवर्नमेंट।
घर में बैठ के जो मर्जी बना ले। ये हमारे पास जो गवर्निंग बॉडी है अप्रूव्ड बाय द एडिशनल डायरेक्टर ऑफ सोसाइटीज़ है, तो जब एक हमें बैंक ने लीगली करके हमें पास किया है, ये घर में बैठ के बन गए हैं। ये वहाँ पे जो असली बात है वो परशुराम भवन है। पहले भवन था वो, मनोज शर्मा जी 2017 में प्रधान बने, हम लोग सारे एकत्रित हो गए और सारे बुद्धिजीवी थे वहाँ पे, ब्राह्मण डेराबसी के, उन्होंने एक कर दी भी एकजुट होना चाहिए। बड़ी अच्छी चली, हमने उसका मुझे प्रोजेक्ट चेयरमैन लगाया गया मनोज शर्मा जी की अध्यक्षता में, 5 मेंबरी कमेटी बनी, मंदिर का निर्माण हुआ। आप मंदिर जाके देख सकते हैं, बहुत अच्छा मंदिर बना। उसके बाद अब ये उसके ऊपर क्या उसके मन में सोच है, क्या है, वो प्रधान जी आपको बताएंगे सारा। क्या चाहते ਪਹਿਲਾਂ ਤਾਂ ਮੈਂ ਆਪਣੇ ਸਾਰੇ ਪੱਤਰਕਾਰ ਵੀਰਾਂ ਦਾ ਸਵਾਗਤ ਕਰਦਾ। ਜਿਹੜਾ ਸਾਡਾ ਅੱਜ ਦਾ ਮੁੱਦਾ ਇਹ ਹੈ ਕਿ ਜਿਹੜਾ ਕੋਈ ਸਭਾ ਜਾਂ ਸੁਸਾਇਟੀ ਹੁੰਦੀ ਹੈ ਉਹਦੇ ਕੁਝ ਪੈਰਾਮੀਟਰ ਹੁੰਦੇ, ਕੁਝ ਸੰਵਿਧਾਨ ਹੁੰਦਾ ਹੈ, ਉਹਦੀ ਕੁਝ ਮੈਂਬਰਸ਼ਿਪ ਹੁੰਦੀ ਆ। ਉਹ ਮੈਂਬਰਸ਼ਿਪ ਅਕੋਰਡਿੰਗ ਟੂ ਸਮਾਜ ਜਿੰਨਾ ਚਾਹੇ ਸਭਾ ਉਹਦੇ ਮੁਤਾਬਕ ਹੁੰਦੀ ਹੈ। ਰਵਿੰਦਰ ਵੈਸ਼ਨਵ 2018 ਤੋਂ ਇਸ ਸਭਾ ਦਾ ਮੈਂਬਰ ਹੀ ਨਹੀਂ ਹੈ, ਨੰਬਰ 1 ਗੱਲ। ਨੰਬਰ ਦੂਜੀ ਗੱਲ, ਜਿਹੜੇ ਇਹਦੇ ਨਾਲ ਲੱਗੇ ਹੋਏ ਹੈ ਇਹ ਇਸ ਚੀਜ਼ ਦਾ ਪ੍ਰਚਾਰ ਕਰਦੇ ਆ ਵੀ ਇਹ ਮੈਂਬਰ ਸੰਸਥਾਪਕ ਮੈਂਬਰ ਹੈ ਸਭਾ ਦੇ। ਮੈਂ ਮੰਨਦਾ ਇਸ ਗੱਲ ਨੂੰ, ਇਹ 2000 ਚ ਜਦੋਂ ਸਭਾ ਬਣੀ ਇਹ ਮੈਂਬਰ ਸੀਗੇ, ਲੇਕਿਨ ਕਿਸੇ ਵੀ ਸਭਾ ਸੁਸਾਇਟੀ ਦੇ ਅੰਦਰ ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਜੋ ਸਭਾ ਸੁਸਾਇਟੀ ਦੇ ਰੂਲ ਰੈਗੂਲੇਸ਼ਨ ਹੁੰਦੇ ਆ, ਸੰਵਿਧਾਨ ਹੁੰਦਾ, ਉਹਦੇ ਮੁਤਾਬਕ ਅਗਰ ਇੱਕ ਬੰਦਾ 2000 ਦੇ ਅੰਦਰ ਉਸ ਸਭਾ ਦਾ ਮੈਂਬਰ ਤਾਂ 20 ਸਾਲ ਉਹਦਾ ਕੋਈ ਕੰਟਰੀਬਿਊਸ਼ਨ ਨਹੀਂ, ਨਾ ਉਹਦਾ ਭਵਨ 'ਚ ਕੰਟਰੀਬਿਊਸ਼ਨ ਹੈ, ਨਾ ਉਹਨੇ ਮੰਦਰ ਨਿਰਮਾਣ 'ਚ ਕੰਟਰੀਬਿਊਸ਼ਨ ਹੈ, ਨਾ ਕਦੇ ਜਿਹੜੀ ਲੋਕਲ ਪ੍ਰੈਸ ਹੈ ਇੱਥੇ ਡੇਰਾਬੱਸੀ, ਮੇਰੇ ਵੀਰ ਬੈਠੇ ਆ ਮਨੋਜ ਰਾਜਪੂਤ ਜੀ, ਉਹਨਾਂ ਨੇ ਦੇਖਿਆ ਉਹ ਕਦੇ ਕਿਸੇ ਫੰਕਸ਼ਨ 'ਚ ਨਹੀਂ ਦਿਖਾਈ ਦਿੱਤੇ ਲੋਕ। ਅੱਜ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮੰਦਰ ਬਣ ਗਿਆ ਤਾਂ ਉਸ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇੱਕ ਲੁੱਟੂ ਟੋਲਾ ਇਕੱਠਾ ਹੋ ਗਿਆ। ਇਹਨਾਂ ਦਾ ਮਕਸਦ ਸਮਾਜ ਦੇ ਅੰਦਰ ਅਰਾਜਕਤਾ ਪੈਦਾ ਕਰਨਾ ਹੈ, ਜੋ ਆਪਾਂ ਬਿਲਕੁਲ ਨਹੀਂ ਹੋਣ ਦੇਵਾਂਗੇ। ਰਹੀ ਰਵਿੰਦਰ ਵੈਸ਼ਨਵ ਦੀ ਗੱਲ, ਰਵਿੰਦਰ ਵੈਸ਼ਨਵ OBC ਕੈਟਾਗਰੀ ਦੇ ਨਾਲ ਸੰਬੰਧਿਤ ਹੈ। ਮੈਂ ਤੁਹਾਨੂੰ ਇੱਕ ਗੱਲ ਕਹਾਂ ਵੀ ਹਰੇਕ ਸੁਸਾਇਟੀ, ਹਰ ਇੱਕ ਸਭਾ, ਚਾਹੇ ਬ੍ਰਾਹਮਣ ਸਭਾ ਹੋ ਗਈ, ਅਗਰਵਾਲ ਸਭਾ ਹੋ ਗਈ, ਜੱਟ ਸਭਾ ਹੋ ਗਈ, ਸੈਣੀ ਸਭਾ ਹੋ ਗਈ, ਅਲੱਗ-ਅਲੱਗ ਜਿਹੜੇ ਸਾਡੇ ਵਰਨ ਹੈ ਉਹਨਾਂ ਦੀ ਸਭਾਵਾਂ ਹੈਗੀਆਂ। ਕੋਈ ਸਭਾ ਇੱਕ ਦੂਸਰੇ ਦੀ ਸਭਾ ਦੇ ਅੰਦਰ ਇੰਟਰਫੇਅਰਸ ਨਹੀਂ ਕਰਦੀ, ਕਰਨੀ ਵੀ ਨਹੀਂ ਚਾਹੀਦੀ। ਹਰੇਕ ਸਮਾਜ ਨੂੰ ਆਪਣੀ ਸਭਾ ਨੂੰ ਚਲਾਉਣ ਦਾ ਅਖਤਿਆਰ ਹੋਣਾ ਚਾਹੀਦਾ ਹੈ। ਜਿਹੜਾ ਬੰਦਾ BJP ਦੇ OBC ਮੋਰਚੇ ਦਾ ਸੈਕਟਰੀ ਹੋਵੇ ਪੰਜਾਬ ਦਾ, ਜਿਹੜਾ ਬੰਦਾ ਵਿਰਾਗੀ ਮਹਾਮੰਡਲ ਹੈ ਉਹਦਾ ਅਹੁਦੇਦਾਰ ਹੋਵੇ, ਕਿਆ ਉਹ ਬੰਦਾ ਬ੍ਰਾਹਮਣ ਸਭਾ ਦਾ ਮੈਂਬਰ ਬਣ ਸਕਦਾ? ਦੂਜੀ ਗੱਲ, ਉਸ ਤੋਂ ਇਲਾਵਾ ਚਲੋ ਇਹ 2018 ਤੱਕ ਮੈਂਬਰ ਹੈ, ਉਸ ਤੋਂ ਬਾਅਦ ਇੱਕ ਇਹੋ ਜਿਹਾ ਮੋੜ ਆਇਆ 2017 ਦੇ ਅੰਦਰ ਆਪਾਂ ਨੇ ਇੱਕ ਰੈਜੂਲੇਸ਼ਨ ਪਾਸ ਕਰਿਆ ਕਿ ਜੋ ਸ਼ਖਸ ਹਿੰਦੂ ਔਰ ਬ੍ਰਾਹਮਣ ਮਾਨਤਾਵਾਂ ਦੀ ਪਾਲਣਾ ਨਹੀਂ ਕਰਦਾ ਉਹ ਬੰਦਾ ਸਾਡੀ ਸਭਾ ਦਾ ਮੈਂਬਰ ਨਹੀਂ ਰਹਿ ਸਕਦਾ। ਇਹ ਜਿਹੜਾ ਮਤਾ 35 ਨੰਬਰ ਮਤਾ ਹੈ ਔਰ ਤਕਰੀਬਨ 35 ਨੰਬਰ ਪੇਜ ਤੇ ਮਤਾ ਪਾਸ ਹੋਇਆ। ਉਸ 'ਚ ਕਈਆਂ ਦਾ ਇਹ ਵੀ ਸੀਗਾ ਵੀ ਇਸ 'ਚ ਬੰਦੇ ਦਾ ਨਾਮ ਮੈਂਸ਼ਨ ਕੀਤਾ ਜਾਵੇ, ਕਿਉਂਕਿ ਇਸ ਸ਼ਖਸ ਨੇ ਹਿੰਦੂ ਹੁੰਦੇ ਹੋਏ ਦੂਜੀ ਸ਼ਾਦੀ ਕੀਤੀ ਹੈ। ਜਦੋਂ ਆਪਾਂ ਕਿਸੇ ਸੁਸਾਇਟੀ ਦੇ ਅੰਦਰ ਪ੍ਰੋਪਰ ਉਹਦੀ ਇੱਕ ਜਿਹੜੀ ਵਿਆਹੁਤਾ ਔਰਤ ਹੈ ਉਹ ਵਿਚਾਰੀ ਹੈਗੀ ਹੈ, ਉਹਦੇ ਨਾਲ ਧੱਕਾ ਹੋ ਰਿਹਾ ਹੈਗਾ, ਜਿਹੜੇ ਇਹਦੇ ਨਾਲ ਲੋਕ ਲੱਗੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਉਹਦੀ ਰੱਖਿਆ ਕਰੋ। ਉਸ ਅਬਲਾ ਨਾਲੀ ਨਾਲ ਜਿਹੜਾ ਧੱਕਾ ਹੋ ਰਿਹਾ ਉਸ ਧੱਕੇ ਦੀ ਰੱਖਿਆ ਕਰੋ। ਤੁਸੀਂ ਇੱਕ ਇਹੋ ਜਿਹੇ ਬੰਦੇ ਨੂੰ ਸਮਾਜ ਦੇ ਅੰਦਰ ਉਹਨੂੰ ਰਿਪਰੈਜ਼ੈਂਟ ਕਰ ਰਹੇ ਹੋ ਕਿ ਸਾਡਾ ਸਮਾਜ ਇਹੋ ਜਿਹਾ ਹੋਣਾ ਚਾਹੀਦਾ। ਕੀ ਆਪਾਂ ਇੱਕ ਦਾਗੀ ਬੰਦੇ ਨੂੰ ਕਿਸੇ ਵੀ ਸਮਾਜ ਸੁਸਾਇਟੀ ਦਾ ਅਧਿਕਸ਼ ਬਣਾ ਸਕਦੇ ਹਾਂ? ਮੈਂ ਇੱਕ ਇਹ ਬੇਨਤੀ ਕਰਦਾ, ਉਹ ਕਈ ਧਾਰਮਿਕ ਸੰਸਥਾਵਾਂ ਦਾ ਵੀ ਮੈਂਬਰ ਹੈ, ਉਸ ਕਈ ਪ੍ਰੈਸ ਅਖਬਾਰਾਂ ਦਾ ਵੀ ਨੁਮਾਇੰਦਾ ਹੈ, ਉਹ BJP ਦਾ ਨੁਮਾਇੰਦਾ। ਕੀ BJP ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਦੀ ਹੈ? ਜਿਹੜਾ ਬੰਦਾ ਆਪਣਾ ਘਰ ਨਹੀਂ ਸੰਭਾਲ ਸਕਦਾ, ਜਿਹਦੇ ਆਪਣੇ ਘਰ 'ਚ ਉਹ ਬੰਦੇ ਦੇ ਆਪਣੇ ਘਰ 'ਚ ਨਹੀਂ ਮੇਨਟੇਨ ਕਰ ਸਕਦਾ, ਸਮਾਜਿਕ ਜਿਹੜੇ ਬੰਧਨ ਹੁੰਦੇ ਆ, ਉਹ ਬੰਦਾ ਪਾਰਟੀਆਂ ਚਲਾਊਗਾ ਜਾਂ ਉਹ ਬੰਦਾ ਸਮਾਜ ਚਲਾਊਗਾ? ਮੈਂ ਇੱਕ ਮਿੰਟ ਮੇਰੀ ਗੱਲ ਖਤਮ ਹੋ ਲੈਣ ਦਿਓ। ਮੈਂ ਉਹਦੇ ਨਾਲ ਜਿਹੜੇ ਲੋਕ ਲੱਗੇ ਹੋਏ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਵੀ ਸਾਪਾ ਬਿਲਕੁਲ ਇੱਥੇ ਬੈਠੇ ਤੁਹਾਡੇ ਸਾਹਮਣੇ ਕੋਈ ਵੀ ਬ੍ਰਾਹਮਣ ਜਿਹੜਾ ਬ੍ਰਾਹਮਣ ਨੂੰ ਮੰਨਦਾ ਹੋਵੇ, ਜਿਹੜਾ ਇਸ ਸੰਵਿਧਾਨ ਦੇ ਮੁਤਾਬਕ ਹੋਵੇ, ਜਿਹੜਾ ਸਭਾ ਦਾ ਸੰਵਿਧਾਨ ਹੈ ਉਸ 'ਚ ਜਿਹੜੇ ਪੈਰਾਮੀਟਰ ਲਾਗੂ ਕਰਦਾ ਹੋਵੇ, ਕੋਈ ਵੀ ਬੰਦਾ ਜਿਹੜਾ ਇਸ ਸਭਾ ਨਾਲ ਸੰਬੰਧਿਤ ਹੈ, ਇਹਦਾ ਮੈਂਬਰ ਹੈ, ਉਹ ਬੰਦਾ ਤਾਂ ਪ੍ਰਧਾਨ ਬਣ ਸਕਦਾ ਹੈ। ਲੇਕਿਨ ਜਦੋਂ ਤੁਹਾਨੂੰ ਸਰਕਾਰ ਦਾ ਫਾਇਦਾ ਲੈਣਾ ਹੋਵੇ, ਜਦ ਤੱਕ ਤੁਸੀਂ BC ਕੈਟਾਗਰੀ ਦੇ ਅੰਦਰ ਹੋਗੇ, ਜਦੋਂ ਤੁਹਾਨੂੰ ਚੌਧਰ ਲੈਣੀ ਹੋਵੇ ਤੁਸੀਂ ਪੰਡਿਤ ਬਣ ਗਏ। ਇਹ ਕਿਵੇਂ ਹੋ ਜਾਊਗਾ ਜੀ? ਆਪਾਂ ਜੀ ਜਲਦੀ ਕੱਲ ਹੀ ਇੱਕ ਐਪਲੀਕੇਸ਼ਨ ਮੂਵ ਕਰ ਰਹੇ ਹਾਂ SSP ਨੂੰ ਵੀ ਜਿਹੜੀ ਸਾਡੀ ਸਭਾ ਦਾ ਨਾਮ ਬਦਨਾਮ ਕਰਿਆ ਗਿਆ, ਜਿਹੜੇ ਬੰਦੇ ਸਭਾ ਦੇ ਨਾਲ ਸੰਬੰਧਿਤ ਹੀ ਨਹੀਂ ਹੈਗੇ, ਉਹਨਾਂ ਦੇ ਖਿਲਾਫ 420 ਔਰ 120B ਦਾ ਪਰਚਾ ਦਰਜ ਕਰਿਆ ਜਾਵੇ। ਇਹ ਕੱਲ ਨੂੰ ਆਪਾਂ ਮੈਮੋਰੰਡਮ ਦੇਵਾਂਗੇ SSP 48 ਘੰਟੇ ਦਾ ਅਲਟੀਮੇਟਮ ਦੇਵਾਂਗੇ ਪ੍ਰਸ਼ਾਸਨ ਨੂੰ। ਅਗਰ 48 ਘੰਟੇ ਦੇ ਵਿੱਚ ਜਿਹੜਾ ਪਰਚਾ ਦਰਜ ਕਰਦਾ ਪ੍ਰਸ਼ਾਸਨ ਠੀਕ ਹੈ, ਨਹੀਂ 48 ਘੰਟੇ ਤੋਂ ਬਾਅਦ ਅਸੀਂ ਪੂਰੇ ਸ਼ਹਿਰ ਦੇ ਅੰਦਰ ਪ੍ਰਦਰਸ਼ਨ ਕਰਾਂਗੇ।
ਜਲੂਸ ਕੱਢਾਂਗੇ ਇਹਨਾਂ ਲੋਕਾਂ ਦਾ ਜਿਹੜੇ ਲੋਕ ਦੋਗਲੇ ਚਿਹਰੇ ਰੱਖਦੇ ਆ, ਦੋਹਰੇ ਚਿਹਰੇ ਰੱਖਦੇ ਆ। ਇੱਕ ਪਾਸੇ ਉਹ ਕਿਸੇ ਹੋਰ ਪਿਛੜੀਆਂ ਸ਼੍ਰੇਣੀਆਂ ਤੇ ਲਾਭ ਲੈਣਾ ਚਾਹੁੰਦੇ ਆ, ਦੂਜੇ ਪਾਸੇ ਪੰਡਤਾਂ ਦੇ ਅੰਦਰ ਬ੍ਰਾਹਮਣਾਂ ਦੇ ਅੰਦਰ ਆ ਕੇ ਤੋੜ-ਫਾੜ ਕਰਨਾ ਚਾਹੁੰਦੇ ਆ। ਹੁਣ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ, 20-25 ਸਾਲ ਤੋਂ ਇਹ ਬੰਦਾ ਰਾਮਲੀਲਾ ਕਮੇਟੀ ਦਾ ਪ੍ਰਧਾਨ ਰਿਹਾ। ਇਹਨੇ ਕਿਹੜਾ ਖਰਚਾ ਜਨਤਕ ਕਰਤਾ ਜੀ? ਇਹਨੇ ਸਿਰਫ ਆਪਣੇ ਮੈਂਬਰਾਂ ਨੂੰ ਖਰਚਾ ਦੱਸਿਆ ਹੋਣਾ ਵੀ ਸਾਡਾ ਇਹ ਆਮਦਨ ਹੈ, ਇਹ ਖਰਚਾ ਹੈ। ਕਿਸੇ ਪਬਲਿਕ ਨੂੰ ਇਹਨੇ ਖਰਚਾ ਨਹੀਂ ਦੱਸਿਆ। ਇਹਦਾ ਆਪਣਾ ਪਰਸਨਲ ਮੰਦਰ ਹੈ। ਇਹ ਬੰਦਾ 25 ਸਾਲ ਤੋਂ ਉਸ ਮੰਦਰ ਦੇ ਅੰਦਰ ਰਹਿ ਰਿਹਾ ਹੈ। ਕੈਪਟਨ ਕਮਲਜੀਤ ਤੋਂ ਲੈ ਕੇ ਹਰ ਇੱਕ ਲੀਡਰ ਦਾ ਇਹਨੇ ਫਾਇਦਾ ਚੱਕਿਆ ਹੈ। ਇਹਨੇ ਉਹ ਮੰਦਰ ਬਣਾਇਆ, ਇਹਦੇ ਘਰ ਦੀ ਪ੍ਰਾਪਰਟੀ ਬਣਾ ਕੇ ਰੱਖੀ ਵੀ ਹੈ। ਇਹਨੇ ਕਿਹੜੇ ਸ਼ਹਿਰ ਦੇ ਵਸਿੰਦੇ ਨੂੰ ਉੱਥੇ ਉਹਦਾ ਖਰਚਾ ਦੇਤਾ ਜੀ? ਇਹ ਸਾਰਾ ਖਰਚਾ ਰਿਕਾਬ ਕਰੇ, ਇਹ ਦੱਸੇ ਇਹਨੇ ਕਿਹਨਾਂ ਤੋਂ ਪੈਸਾ ਖਰਚਾ ਕੀਤਾ। ਇਹ ਤਾਂ ਹਲੇ ਜੀ 2 ਦਿਨ 3 ਪਹਿਲਾਂ ਇਹਨਾਂ ਨੇ ਕਿਤੇ ਮੀਟਿੰਗ ਰੱਖ ਕੇ ਸਭਾ ਪੈਰਲਲ ਦਾ ਗਠਨ ਕਰ ਲਿਆ। ਉਸ ਸਭਾ ਦੇ ਖਿਲਾਫ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ। ਸਾਡੀ ਐਪਲੀਕੇਸ਼ਨ ਹੋ ਗਈ ਐਸਐਸਪੀ ਨੂੰ ਕਿ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ। 359 ਦਾ ਨੰਬਰ ਯੂਜ਼ ਨਹੀਂ ਕਰ ਸਕਦਾ ਕੋਈ ਵੀ ਬੰਦਾ ਜੀ। ਜੋ 9 ਮੈਂਬਰੀ ਗਵਰਨਿੰਗ ਬੋਡੀ ਡਿਪਾਰਟਮੈਂਟ ਆਫ ਸੁਸਾਇਟੀ ਤੋਂ ਰਜਿਸਟਰਡ ਹੈ ਔਰ ਜੋ ਸਭਾ ਦੀ ਰਿਨਿਊਵਲ ਹੈ ਉਹ ਸਾਡੇ ਕੋਲੇ ਹੈ। ਉਹ ਮੈਂਬਰ ਸਾਡੇ ਨਾਲ ਹੈ, ਸਾਡੇ ਨਾਲ है। ऐसे ये 9 मेंबरी कमेटी है, 9 मेंबरी कमेटी है। डिपार्टमेंट ऑफ रजिस्ट्रेशन तो अप्रूव है। जनक जी बैठे हैं, राकेश जी बैठे हैं, मैं बैठा हूँ, सुभाष शर्मा जी बैठे हैं, कपिल जी बैठे हैं, सभी बंदे यहाँ बैठे हैं। 9 मेंबर में से आपके यहाँ 6-7 मेंबर 7-8 2-3 बाहर गए हुए इसलिए पहुंच नहीं सके। हाँ। फैक्ट्री में एमडी आए हुए हैं, एक बंदा बाहर गया हुआ, सारे बंदे हैं। ये नंबर है, ਉਹਨਾਂ ਨੇ ਬਣਾਈ ਹੈ ਜੀ, ਉਹਨੂੰ ਕਿਤੋਂ ਮਾਨਤਾ ਮਿਲੀ ਹੈ? कोई मानता नहीं जी है। उन्हें सेम सभा का नंबर रख लिया। ਮੇਰਾ ਸਵਾਲ 359 ਮੇਰਾ ਸਵਾਲ ਕਾਬੀ ਸ਼ਰਮਾ ਜੀ ਤੋਂ ਹੈ ਵੀ ਜਿਹੜਾ ਇਹ ਰਜਿਸਟ੍ਰੇਸ਼ਨ ਨੰਬਰ ਹੈ ਇਹ ਕਿੰਨੇ ਟਾਈਮ ਤੋਂ ਰਵਿੰਦਰ ਵੈਸ਼ਨਵ ਯੂਜ਼ ਕਰ ਰਿਹਾ? ਇਹਨੇ ਹੁਣੇ ਜਸਟ ਮਹੀਨੇ ਤੋਂ ਕਾਰਵਾਈ ਕਰੀ ਸੁਣੀ ਜੀ। 2 दिन पहले ने 3 दिन पहले प्रेस च बयान दिया भी साने मीटिंग करके भी अपने नुमाइंदे सुनते सेम सभा दे सेम नंबर दे। दामी जी अगर 48 घंटे में प्रशासन इन लोगों पर कोई कार्रवाई नहीं करता तो आपका अगला कदम जो होगा वो क्या होगा? ਅਗਲਾ ਕਦਮ ਜਿਹੜਾ ਸਾਡਾ ਹੋਏਗਾ ਉਹ ਅਸੀਂ ਪੂਰਾ ਪ੍ਰਦਰਸ਼ਨ ਕਰਾਂਗੇ ਪੂਰੇ ਸ਼ਹਿਰ ਦੇ ਅੰਦਰ। ਪੁਤਲੇ ਜਲਾਵਾਂਗੇ, ਠੀਕ ਹੈ, ਤੇ ਲੀਗਲ ਕਾਰਵਾਈ ਤੇ ਅਨਲੀਗਲ ਜਿਹੜੀ ਕਾਰਵਾਈ ਹੈਗੀ ਆ ਐਸਐਸਪੀ ਸਾਹਿਬ ਨੂੰ ਵੀ ਇੱਕ ਐਪਲੀਕੇਸ਼ਨ ਦੇਵਾਂਗੇ, ਐਸਡੀਐਮ ਡੇਰਾਬੱਸੀ ਨੂੰ ਦੇਵਾਂਗੇ। ਐਸਡੀਐਮ ਡੇਰਾਬੱਸੀ ਦਾ ਘਰਾ ਕੀਤਾ ਜਾਊਗਾ ਅਗਰ 48 घंटे 'ਚ ਕਾਰਵਾਈ ਨਹੀਂ ਹੋਊਗੀ। यदि आपको ये आला अधिकारी अगर आपकी सुनवाई नहीं करते तो क्या आप पंजाब सरकार में भगवंत मान जो पंजाब के सीएम है तो आप यहाँ तक अप्रोच करने जाएंगे? बिल्कुल जाएंगे जी, एप्लीकेशन देंगे पूरा भगवंत मान जी को भी, जो मुख्यमंत्री मानजोग हमारे उनको भी एप्लीकेशन देंगे। हमें जहाँ तक भी जाना पड़े हम जाएंगे, लेकिन नंबर 1 हम समाज को टूटने नहीं देंगे। अब बात आ गई थोड़ी सी, मैं चाहता हूँ पेज नंबर 33 हमारे उसमें बॉडी का गठन हुआ था। आर.डी. शास्त्री जी प्रधान थे, मैं और मनोज जी, मैं चेयरमैन थे, ये वाइस चेयरमैन थे। उसके बाद उसके अंदर एक मता पड़ा जिसमें लिखा, आपको पेपर में दे सकता हूँ, भविष्य में सभा के सदस्य, प्रधान सचिव, कोषाध्यक्ष और चेयर, ये तो हो गया चलो भी, यदि कोई भी अपने करैक्टर के बारे में जो हमारे संविधान में काफी में लिखा भी हुआ है उससे गिरता है वह कोई भी पदाधिकारी नहीं बन सकता। हमने उसकी पालना करते हुए उनको मेंबर नहीं बनाया, मनोज जी के अध्यक्षता में नहीं मेंबर बनाया। उसके बाद क्या हुआ, 1100 रुपये फीस थी, कम मेंबर बनते हैं, हमारे कम मेंबर बने। उसके बाद अभी परशुराम जयंती थी, वहाँ पे आके काटू क्लेश हो गया, कुछ राजनीति हुई वहाँ पे। राजनीति होने के पर धामी शर्मा जी, मेरी कुछ स्वास्थ्य खराब था, धामी शर्मा जी को प्रधान बना दिया। हमारे में कोई पद का कोई लालच नहीं है किसी को भी, धामी शर्मा प्रधान बना दिया। धामी शर्मा जी के प्रधान बनने पर हम सब बॉडी ने यही कहा कि परशुराम जी की जो जयंती है वो साल में एक बार आती है, धूमधाम से मनाई जानी चाहिए और सभी ब्राह्मणों को इकट्ठा करके मनानी चाहिए। क्यों शर्मा जी? उसमें क्या कि इन्होंने अपनी दखलंदाजी करके हमने प्रोग्राम सेट किया, उससे पहले अपना प्रचार उन्होंने 29 तारीख का प्रोग्राम कर दिया। करने के बाद इन्होंने सारे का सारा कि हमारे शर्मा जी ने कहा नहीं प्रोग्राम शांति से होना चाहिए। 3 तारीख को धूमधाम से मनाया गया, लेकिन इन्होंने उंगली पकड़ के पहुंचा पकड़ते चले गए। हमारी सोसाइटी यदि 359 अप्रूव्ड है तो इन्होंने परमिशन ली, हमसे धोखे में रखे, फिर हमने परमिशन कैंसिल कराई, हमने पेपर दिखा के। फिर भी हमारे प्रधान जी की अध्यक्षता में सभी बॉडी ने कहा प्रधान जी जैसे आप निर्णय ले लोगे वैसे करेंगे। इन्होंने कहा कोई बात नहीं, भगवान की परशुराम जयंती धूमधाम से नहीं चाहिए, कोई भी करे है तो हिंदू है, क्योंकि सबके वो है, परशुराम जी भगवान सबके हैं। तो इन्होंने कहा कि कोई बात हम 3 तारीख को धूमधाम से मनाएंगे, लेकिन उंगली पड़ते पड़ते पहुंचा पकड़ते चले गए। आज इन्होंने बॉडी गठन कर लिया, अब ये बर्दाश्त से बाहर बात हो रही है। क्वेश्चन में गलती कर रहा हूँ, इसलिए शर्मा जी ने डिसीजन लिया कि यहाँ पे प्रेस कॉन्फ्रेंस की जाए और अगला रणनीति बनाई जाए।
ਸ਼ਰਮਾ ਜੀ ਦਾਮੀ ਸ਼ਰਮਾ ਜੀ ਉਹ ਧੱਕਾਸ਼ਾਹੀ ਉਹ ਕਰ ਬਰਾਗੀ ਰਹੇ ਹੈ ਜੀ, ਬਰਾਗੀ ਉਹ ਬਰਾਗੀ ਹੈ। ਸਮਾਜ ਨਾਲ ਸੰਬੰਧ ਰੱਖਦੇ ਆ। ਉਹ ਜਿਹੜੀ ਕੈਟਾਗਰੀ 1950 ਦੇ ਅੰਦਰ ਪੰਜਾਬ ਸਰਕਾਰ ਨੇ ਬੈਕਵਰਡ ਕਲਾਸ ਚ ਪਾਈ ਵੀ ਹੈ, ਉਹ ਬੈਕਵਰਡ ਦਾ ਫਾਇਦਾ ਵੀ ਜਦੋਂ ਕੋਈ ਬੰਦਾ ਆਲਰੇਡੀ ਇੱਕ ਪੋਲੀਟੀਕਲ ਪਾਰਟੀ ਦਾ OBC ਮੋਰਚੇ ਦਾ ਸੈਕਟਰੀ ਹੈ ਪੰਜਾਬ ਦਾ, ਉਹ ਬ੍ਰਾਹਮਣ ਕਿਵੇਂ ਹੋ ਸਕਦਾ ਹੈ? ਤੁਸੀਂ ਆਪ ਦੱਸੋ ਮੈਨੂੰ। ਬਿਲਕੁਲ ਹੀ ਇਲੀਗਲ ਹੈ ਇਹ ਸਿਰਫ ਇੱਕ ਕਬਜ਼ਾ ਕਰਨ ਦਾ ਮੰਤਵ ਹੈ। ਇਹ ਬੰਦੇ ਦਾ ਸ਼ੁਰੂ ਤੋਂ ਰਿਹਾ ਹੈ ਧਾਰਮਿਕ ਸਭਾਵਾਂ ਦੇ ਨਾਂ ਤੇ ਪੈਸੇ ਖੜਪ ਕਰਦਾ ਰਿਹਾ ਸ਼ੁਰੂ ਤੋਂ। ਬਸ ਪ੍ਰਸ਼ਾਸਨ ਨੂੰ ਅਪੀਲ ਹੈ ਮੇਰੀ, ਬ੍ਰਾਹਮਣ ਸਮਾਜ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ 420 ਦਾ ਮੁਕੱਦਮਾ ਦਰਜ ਕੀਤਾ ਜਾਵੇ। 359 ਜਿਹੜੀ ਹੈਗੀ ਉਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਤੇ ਜੇਕਰ ਪ੍ਰਸ਼ਾਸਨ 48 ਘੰਟੇ ਦੇ ਅੰਦਰ ਇਹ ਕਾਰਵਾਈ ਨਹੀਂ ਕਰਦਾ ਤਾਂ ਸਿੱਧਾ ਅਲਟੀਮੇਟਮ ਹੈ ਕਿ ਅਸੀਂ ਪ੍ਰਸ਼ਾਸਨ ਦੇ ਖਿਲਾਫ ਤੇ ਐਸਰੀ ਦਾ ਘਰਾਓ ਕਰਾਂਗੇ ਤੇ ਪ੍ਰਸ਼ਾਸਨ ਦੇ ਖਿਲਾਫ ਅਸੀਂ ਪੂਰੇ ਪ੍ਰਦਰਸ਼ਨ ਕਰਾਂਗੇ ਪੂਰੇ ਸ਼ਹਿਰ 'ਚ।